ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मानयोग सतगुਰਾਂ ਦੇ ਚਰਨਾਂ ਵਿੱਚ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਮਹਿਰਾਮਤ ਦਾ ਸਦਕਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਬਹਿਣ ਦਾ प्यारा जिहा समा नसीब होया। गुरु दी बाणी दा कीर्तन गुरु के प्यारे कीर्तनिया पासों आपने श्रवण कीता। गुरु अमरदास महाराज बख्शिश करदियां ਅੱਜ ਦੇ ਇਸ ਪਾਵਨ ਬਚਨ ਅੰਦਰ ਸਾਨੂੰ ਸੋਝੀ ਦਿੰਦੇ ਨੇ। ਸਤਿਗੁਰੂ ਸਮਝਾਉਂਦੇ ਕਿ ਜਿਨ੍ਹਾਂ ਨੂੰ ਗੁਰੂ ਦੇ ਦਰੋਂ ਗਿਆਨ ਰੂਪੀ ਰਤਨ ਮਿਲ ਜਾਂਦਾ ਹੈ, ਉਹਨਾਂ ਨੂੰ ਸਭ ਸੋਝੀ ਆ ਜਾਂਦੀ ਹੈ। ਜਿਨ੍ਹਾਂ ਨੂੰ ਗੁਰੂ ਨੇ ਗਿਆਨ ਦਾ ਰਤਨ ਬਖਸ਼ ਦਿੱਤਾ, ਤੇ ਉਹਨਾਂ ਦੇ ਅੰਦਰੋਂ ਗੁਰੂ ਕਿਰਪਾ ਨਾਲ ਅਗਿਆਨਤਾ ਦਾ ਵਿਨਾਸ਼ ਹੋ ਗਿਆ ਅਤੇ ਉਹ ਲੋਕ ਹਮੇਸ਼ਾ ਲਈ ਜਾਗਰਤ ਹੋ ਗਏ। ਹਮੇਸ਼ਾ ਲਈ। ਤੇ ਜਦੋਂ ਬੰਦਾ ਜਾਗਰਤ ਹੋ ਜਾਂਦਾ ਹੈ, ਮਾਇਆ ਦੀ ਨੀਂਦ ਵਿੱਚੋਂ, ਅਗਿਆਨਤਾ ਦੀ ਨੀਂਦ ਵਿੱਚੋਂ ਜਾਗ ਜਾਂਦਾ ਹੈ, ਤਾਂ ਸਤਿਗੁਰੂ ਕਹਿੰਦੇ ਫਿਰ ਉਹ ਜਿੱਧਰ ਵੀ ਵੇਖਦਾ ਹੈ ਉੱਧਰ ਉਸ ਵਾਹਿਗੁਰੂ ਦਾ ਹੀ ਰੂਪ ਨਜ਼ਰ ਆਉਂਦਾ ਹੈ। ਸਤਿਗੁਰੂ ਕਹਿੰਦੇ ਗਿਆਨ ਰਤਨ ਸਭ ਸੋਝੀ ਹੋਏ, ਗੁਰ ਪ੍ਰਸਾਦ ਅਗਿਆਨ ਬਿਨਾਸੈ, ਅਨ ਦਿਨ ਜਾਗੈ ਵੇਖੈ ਸੱਚ ਸੋਏ। ਉਹ ਹਮੇਸ਼ਾ ਜਾਗਦਾ ਹੈ, ਅਨ ਦਿਨ ਰੋਜ਼। ਵੇਖੈ ਸੱਚ ਸੋਏ, ਉਹ ਸੱਚ ਨੂੰ ਵੇਖਦਾ ਹੈ, ਸੱਚ ਨੂੰ ਜਾਣਦਾ ਹੈ। ਹਰ ਥਾਂ ਉਹਨੂੰ ਸੱਚ ਹੀ ਨਜ਼ਰ ਆਉਂਦਾ ਹੈ, ਉਹ ਵਾਹਿਗੁਰੂ ਹੀ ਨਜ਼ਰ ਆਉਂਦਾ ਹੈ। ਉਸ ਨੂੰ ਗੁਰੂ ਦੇ ਦਰੋਂ ਗਿਆਨ ਹਾਸਲ ਹੋਇਆ, ਗਿਆਨ ਰੂਪੀ ਰਤਨ। ਚਾਹੁੰਦੇ ਹਰ ਕੋਈ ਇਹੀ ਨੇ, ਹਰ ਬੰਦਾ ਇਹੀ ਚਾਹੁੰਦਾ ਕਿ ਰਤਨ ਮਿਲੇ, ਪਰ ਗਿਆਨ ਦਾ ਨਹੀਂ, ਹੀਰੇ ਮੋਤੀਆਂ ਦਾ, ਪੈਸੇ ਦਾ, ਦੌਲਤ ਸ਼ੌਹਰਤ ਦਾ। ਰਤਨ ਤਾਂ ਬੰਦਾ ਚਾਹੁੰਦਾ ਹੈ, ਪਰ ਮਾਇਆ ਦਾ ਰਤਨ ਚਾਹੁੰਦਾ ਹੈ। ਮਾਇਆ ਦਾ ਰਤਨ, ਕਿਉਂਕਿ ਉਸ ਮਾਇਆ ਦੇ ਰਤਨ ਨਾਲ ਦੁਨੀਆ ਵਿੱਚ ਸੋਭਾ ਮਿਲਦੀ, ਹੀਰੇ ਮੋਤੀਆਂ ਨਾਲ ਦੁਨੀਆ ਵਿੱਚ ਮਾਣ ਮਿਲਦਾ ਹੈ। ਦੁਨੀਆ ਐਵੇਂ ਤਾਂ ਨਹੀਂ ਪੈਸੇ ਦੇ ਮਗਰ, ਮਾਇਆ ਦੇ ਮਗਰ ਕਮਲੀ ਹੋਈ ਫਿਰਦੀ। ਦੌਲਤ ਸ਼ੌਹਰਤ ਮਗਰ ਲੋਕ ਐਵੇਂ ਥੋੜੀ ਨਾ ਭੱਜਦੇ ਫਿਰਦੇ ਨੇ। ਕਹਿਣ ਨੂੰ ਭਾਵੇਂ ਹਰ ਬੰਦਾ ਇਹੀ ਕਹਿੰਦਾ ਹੈ ਕਿ ਅਸੀਂ ਮਾਇਆ ਦੇ ਮਗਰ ਕਿੱਥੇ ਜਾਂਦੇ ਹਾਂ, ਸਾਡੇ ਅੰਦਰ ਤੇ ਬੜਾ ਸਬਰ ਹੈ। ਕਹਿਣ ਨੂੰ ਤਾਂ ਲੋਕ ਬੜਾ ਕੁਝ ਕਹਿੰਦੇ ਨੇ,
ਕਹਿਣ ਨੂੰ ਤਾਂ ਲੋਕ ਆਖਦੇ ਨੇ ਕਿ ਅਸੀਂ ਸਬਰ ਨਾਲ ਭਰੇ ਹੋਏ ਹਾਂ, ਜਿੰਨਾ ਸਾਡੇ ਵਿੱਚ ਸਬਰ ਹੈ ਉਹਨਾਂ ਕਿਸੇ ਵਿੱਚ ਵੀ ਨਹੀਂ, ਪਰ ਇਹ ਸਿਰਫ ਕਹਿਣ ਨੂੰ ਹੀ ਹੁੰਦਾ ਹੈ। ਮਨ ਵਿੱਚ ਬੰਦੇ ਦੇ ਇਹੀ ਹੈ ਕਿ ਦੁਨੀਆ ਭਰ ਦੀਆਂ ਸਭ ਚੀਜ਼ਾਂ ਮੈਨੂੰ ਮਿਲ ਜਾਣ। ਮਨ ਵਿੱਚ ਦੌੜ ਲੱਗੀ ਹੋਈ ਹੈ ਮਾਇਆ ਦੀ, ਮਨ ਵਿੱਚ ਸਭ ਨੂੰ ਪਿੱਛੇ ਛੱਡ ਕੇ ਸਭ ਤੋਂ ਅੱਗੇ ਹੋਣ ਦੀ ਦੌੜ ਹੈ, ਤੇ ਜ਼ੁਬਾਨ ਦੇ ਉੱਤੇ ਹੈ ਕਿ ਇਹ ਮਾਇਆ ਤਾਂ ਝੂਠ ਹੈ। ਜ਼ੁਬਾਨ ਉੱਤੇ ਤਾਂ ਇਹ ਸ਼ਬਦ ਹੈ ਕਿ ਇਹਨੂੰ ਤਾਂ ਇੱਥੇ ਛੱਡ ਜਾਣਾ ਹੈ। ਬੰਦਾ ਗੱਲਾਂ ਕਰਦਾ ਹੈ ਗਿਆਨ ਦੀਆਂ ਤੇ ਕੰਮ ਕਰਦਾ ਹੈ ਅਗਿਆਨਤਾ ਵਾਲੇ। ਲੋਕ ਗੱਲਾਂ ਕਰਦੇ ਨੇ ਜੀ ਪੈਸਾ ਤਾਂ ਹੱਥਾਂ ਦੀ ਮੈਲ ਹੁੰਦੀ ਹੈ। ਗੱਲਾਂ ਲੋਕ ਇਹ ਕਰਦੇ ਨੇ ਕਿ ਇਹਦੇ ਵਿੱਚ ਉਲਝਣਾ ਨਹੀਂ ਚਾਹੀਦਾ, ਪਰ ਉਲਝੇ ਉਹਦੇ ਵਿੱਚ ਹੀ ਹੁੰਦੇ ਨੇ। ਉਸੇ ਨੂੰ ਹਾਸਲ ਕਰਨ ਦੀ ਦੌੜ ਵਿੱਚ ਲੱਗੇ ਹੁੰਦੇ ਨੇ। ਸਤਿਗੁਰੂ ਕਹਿੰਦੇ ਗਿਆਨ ਦਾ ਰਤਨ ਹੈ ਨਹੀਂ ਕੋਲ। ਸਤਿਗੁਰੂ ਦੀ ਬਾਣੀ ਦਾ ਇੱਕ ਐਸਾ ਹੀ ਬਚਨ ਹੈ। ਸਤਿਗੁਰੂ ਕਹਿੰਦੇ ਮਾਧੋ ਅਵਿਦਿਆ ਹਿਤਕੀਨ, ਬੰਦੇ ਨੇ ਅਵਿਦਿਆ ਨੂੰ, ਅਗਿਆਨਤਾ ਨੂੰ ਬੜਾ ਹਿੱਤ ਕੀਤਾ ਹੈ। ਇਹਨੇ ਅਗਿਆਨਤਾ ਨੂੰ ਘੁੱਟ ਕੇ ਪਕੜਿਆ ਹੋਇਆ ਹੈ। ਅਗਿਆਨੀ ਬੰਦੇ ਨੂੰ ਹਮੇਸ਼ਾ ਹੀ ਇਹ ਲੱਗਦਾ ਰਹਿੰਦਾ ਹੈ ਕਿ ਮੈਂ ਤਾਂ ਸਭ ਕੁਝ ਜਾਣਦਾ ਹੀ ਹਾਂ, ਮੈਨੂੰ ਤਾਂ ਸਭ ਕੁਝ ਪਤਾ ਹੀ ਹੈ। ਅਗਿਆਨੀ ਬੰਦਾ ਖੁਦ ਨੂੰ ਸਮਝੀ ਬੈਠਾ ਹੈ ਕਿ ਮੈਂ ਤੇ ਸਿਆਣਾ ਹੀ ਹਾਂ। ਇਸ ਲਈ ਉਹ ਇਸ ਅਗਿਆਨਤਾ ਨੂੰ ਹੀ ਉਹ ਪ੍ਰੇਮ ਕਰੀ ਜਾਂਦਾ ਹੈ, ਮੋਹ ਕਰੀ ਜਾਂਦਾ ਹੈ। ਸਤਿਗੁਰੂ ਕਹਿੰਦੇ ਅਵਿਦਿਆ ਹਿਤਕੀਨ, ਅਵਿਦਿਆ ਨਾਲ, ਅਗਿਆਨਤਾ ਨਾਲ ਬੰਦੇ ਨੇ ਮੋਹ ਪਾ ਲਿਆ। ਜਿਹੜੇ ਬੰਦੇ ਨੇ ਅਗਿਆਨਤਾ ਨਾਲ ਹੀ ਮੋਹ ਪਾ ਲਿਆ ਹੈ, ਉਸ ਬੰਦੇ ਨੂੰ ਗਿਆਨ ਦੀ ਗੱਲ ਨਹੀਂ ਪਾਉਂਦੀ। ਜਿਹਨੇ ਝੂਠ ਨੂੰ ਹੀ ਸੱਚ ਸਮਝ ਲਿਆ, ਉਸ ਬੰਦੇ ਨੂੰ ਸੱਚ ਕਿੱਥੋਂ ਚੰਗਾ ਲੱਗੇਗਾ? ਉਹਨਾਂ ਨੂੰ ਨਹੀਂ ਸੱਚ ਪਾਉਂਦਾ, ਕਿਉਂਕਿ ਉਹ ਤੇ ਝੂਠ ਨੂੰ ਹੀ ਸੱਚ ਸਮਝ ਕੇ ਬੈਠ ਗਿਆ। ਉਹ ਆਪਣੇ ਆਪ ਨੂੰ ਧਾਰਮਿਕ ਸਮਝ ਕੇ ਬਹਿ ਗਿਆ ਜੀ, ਮੈਂ ਤਾਂ ਬੜਾ ਧਾਰਮਿਕ ਬੰਦਾ ਹਾਂ, ਜਦ ਕਿ ਉਹ ਧਾਰਮਿਕ ਹੈ ਹੀ ਨਹੀਂ। ਸਮਝ ਬੈਠਾ ਹੈ ਖੁਦ ਨੂੰ ਕਿ ਮੈਂ ਤੇ ਬਹੁਤ ਇਮਾਨਦਾਰ ਹਾਂ, ਜਦ ਕਿ ਇਮਾਨਦਾਰੀ ਉਹਦੇ ਕੋਲ ਹੈ ਨਹੀਂ, ਪਰ ਮੰਨ ਲਿਆ ਖੁਦ ਨੂੰ, ਖੁਦ ਨੂੰ ਜਾਣ ਲਿਆ ਕਿ ਮੈਂ ਤੇ ਚੰਗਾ ਹਾਂ, ਮੈਂ ਤੇ ਸਿਆਣਾ ਹਾਂ। ਜਿਹੜਾ ਇਸ ਤਰ੍ਹਾਂ ਆਪਣੇ ਆਪ ਨੂੰ ਗਿਆਨੀ, ਵਿਦਵਾਨ, ਸਿਆਣਾ, ਸੂਝਵਾਨ, ਇਮਾਨਦਾਰ, ਧਾਰਮਿਕ ਸਮਝ ਲੈਂਦਾ, ਹੁੰਦਾ ਨਹੀਂ ਸਮਝ ਲੈਂਦਾ, ਉਹ ਬੰਦਾ ਇਹਨਾਂ ਗੁਣਾਂ ਦੇ ਵਿੱਚੋਂ ਕੋਈ ਵੀ ਗੁਣ ਜੀਵਨ ਦੇ ਵਿੱਚ ਧਾਰਨ ਨਹੀਂ ਕਰ ਪਾਉਂਦਾ। ਉਹਨੇ ਮੰਨ ਲਓ ਆਪਣੇ ਦਰਵਾਜ਼ੇ ਬੰਦ ਕਰ ਲਏ, ਘਰ ਦਾ ਦੁਆਰ ਬੰਦ ਕਰ ਲਿਆ, ਕਿਉਂਕਿ ਜਦ ਉਹਨੇ ਮੰਨ ਹੀ ਲਿਆ ਕਿ ਜੀ ਮੈਂ ਸਿਆਣਾ ਹਾਂ, ਤਾਂ ਹੁਣ ਉਹਦੇ ਅੰਦਰ ਕੋਈ ਨਵੀਂ ਸਿਆਣੀ ਗੱਲ, ਸਿਆਣੀ ਸੂਝ ਦੇਣ ਵਾਲੀ ਸਿੱਖਿਆ ਉਹਦੇ ਮਨ ਵਿੱਚ, ਦਿਮਾਗ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ, ਕਿਉਂਕਿ ਉਹਨੇ ਮੰਨ ਲਿਆ ਕਿ ਮੈਂ ਤੇ ਸਿਆਣਾ ਹੈਗਾ। ਜਿਹੜਾ ਖੁਦ ਨੂੰ ਸਿਆਣਾ ਮੰਨ ਕੇ ਬਹਿ ਗਿਆ, ਉਹ ਕਿਸੇ ਦੀ ਸਿੱਖਿਆ ਨਹੀਂ ਸੁਣ ਸਕਦਾ। ਉਹਨੂੰ ਜੇ ਕੋਈ ਬੰਦਾ ਮੱਤ ਵੀ ਦੇਵੇ ਨਾ, ਤਾਂ ਉਹ ਕਿਸੇ ਦੀ ਮੱਤ ਨਹੀਂ ਲੈ ਸਕਦਾ। ਉਹਨੂੰ ਕੋਈ ਜਿੰਨਾ ਮਰਜ਼ੀ ਸਮਝਾਵੇ, ਉਹ ਸਮਝ ਨਹੀਂ ਸਕਦਾ, ਕਿਉਂਕਿ ਉਹ ਆਪਣੇ ਆਪ ਨੂੰ ਸਮਝਦਾਰ ਸਮਝ ਕੇ ਬੈਠਾ ਹੈ। ਇਹ ਹੈ ਅਗਿਆਨ। ਇਹ ਅਗਿਆਨ ਇਹ ਬੰਦੇ ਨੂੰ ਜ਼ਿਆਦਾ ਦੁੱਖ ਦਿੰਦਾ ਹੈ। ਇਹ ਉਹਨੂੰ ਖੁਦ ਨੂੰ ਹੀ ਇਸ ਚੀਜ਼ ਨਾਲ ਨੁਕਸਾਨ ਪਹੁੰਚਦਾ ਹੈ। ਇਸ ਲਈ ਸਤਿਗੁਰੂ ਸਮਝਾਉਂਦੇ,
सतगुरु कहते जिन्हें अज्ञानता नाल हित लाया उन्हां दा ज्ञान रूपी विवेक रूपी जिहड़ा रतन है ना वो गवाच जाता है, चोरी हो जाता है। माधो अविद्या हितकीन विवेक दीप मलीन, उहदे नाल विवेक दा दीप मलीन हो गया, उहदे नाल हुण रोशनी नहीं हुंदी, हुण जीवन विच चानण नहीं हुंदा। गुरु दे दरों सोझी मिलदी है, गुरु सानू वाकफ कराउंदा है। जे तुसी गुरबाणी नूं ध्यान नाल पढ़िया, सुनिया है, समझिया ते विचारिया है, तां तुसी जीवन दी सच्चाई नूं सहजे समझ लाओगे, जीवन दे सच नूं सहजे ही, क्योंकि सतगुरु ने हर गल साडे सामने स्पष्ट कर दित्ती। गुरु की गल सुन के ज्ञान आ गया, सूझ आ गई। इसलिए जदों बंदे दे कोल थोड़ी बहुत सूझ होवे, समझ होवे, तां वो छेती ही सियाणा हो जाता है। जिवें बाबा बुढ़ा जी 10-12 साल की उम्र दे विच ही सियाणे हो गए, नहीं तो लोग 70-75 दे हो के भी सियाणे नहीं हो पाते। वो उस उम्र विच सियाणे हो गए जिस उम्र विच बच्चे खेडां खेडदे ने, उन्हां दीयां गलतियां नूं माफ कर दिता जांदा है कि बच्चा है जी, गलती हो गई, भुल हो गई। उस उम्र दे विच उस सियाणे हो जांदे ने। कि एक दिन पिंड दे विच कोई घटना वापर जाती है, घटना की वापरदी कि हाकम आउंदे ने, उहदे सिपाही धक्के नाल लोकां दीयां खड़ियां फसलां वढ के लै जांदे ने। पिंड वाले बेचारे देखते रह गए, कुछ ना कर सके। बाबा बुढ़ा जी 10-12 साल की उम्र, उन्होंने ये सारा कुछ देखा। कई फसलां पक्कियां सन ते कई कच्चियां सन, कई हजे निस्सर रही सी, उन्होंने सारा कुछ वढ लिया। हुण ये गल पिंड दे होर लोकां ने भी देखी होवेगी कि फसलां वढियां जा रही हैं, कच्चियां भी वढ लईयां, पक्कियां भी वढ लईयां, सब वढ के लै गए। पिंड दे सियाणे बंदियां ने, वडेरी उम्र वालियां ने भी देखा, जवान लोकां ने भी देखा, बच्चियां ने भी देखा, पर इन्हां सारियां दे विचों सिੱਖਿਆ सिर्फ एक ने, समझिया सिर्फ एक ने, उन्हां दा नाम बाबा बुढ़ा है। जदों गुरु नानक साहब नाल मुलाकात हुई तां गुरु नानक साहब ने पूछा कि भाई तू तो हाले बच्चा है, गल्लां तू बड़ियां वड्डियां वड्डियां करदा, ये तेरे अंदर ऐसा ज्ञान आया किवें, ऐसी सूझ आई किवें? तां बाबे बुढ़े ने कहा कि जी साडे पिंड विच सिपाही धक्के नाल फसलां वढ के लै गए, कच्चियां सन पक्कियां सन, सारियां वढ लईयां। ते उन्हां नूं देख के मेरे मन अंदर ये ख्याल आया कि जिस दिन जम आउंदे ने ना, जम भी बंदे दे नाल ऐसा ही सलूक करते ने। वो ये नहीं देखते कि बंदा हाले बच्चा है, हाले जवान होया, इहदा विआह हो गया जां नहीं होया, वो नहीं देखते कि इहदे धी पुत्त कोई हैगा है जां नहीं हैगा, वो नहीं देखते कि इहदा धी पुत्त विआउण वाला है जां विआया गया, वो नहीं देखते कि ये बुढ़ा है जां जिवें भी। जम आउंदे ने ते बंदे नूं लै जांदे ने, वो नहीं देखते कि फसल कच्ची है जां पक्की, वो नहीं देखते कि ये बच्चा है, जवान है जां बुढ़ा। बस इस गल ने मैनू बिल्कुल झंझोड़ दिता, बदल दिता। हुण देखिया ते सारे लोकां ने सी ये कुछ, पर समझ सारियां नूं नहीं आई।
ਦੇਖਿਆ ਤਾਂ ਉੱਥੇ ਵੱਡੇ ਵੱਡੇ ਲੋਕਾਂ ਨੇ ਵੀ ਸੀ ਜਿਨ੍ਹਾਂ ਦੀ ਉਮਰ 70 75 ਸਾਲ 80 ਸਾਲ 90 ਸਾਲ ਹੋਵੇਗੀ। ਪਿੰਡ ਦੇ ਵਿੱਚ ਐਸੇ ਬਜ਼ੁਰਗ ਬੰਦੇ ਵੀ ਤਾਂ ਹੁੰਦੇ ਹੀ ਨੇ। ਜਵਾਨ ਵੀ ਸਨ, ਆਦਮੀ ਸਨ, ਔਰਤਾਂ ਸਨ, ਪਰ ਸਮਝ ਸਿਰਫ ਇੱਕ ਨੂੰ ਆਈ। ਇਸ ਲਈ ਜਿਹਦੇ ਕੋਲ ਥੋੜੀ ਬਹੁਤ ਸੂਝ ਹੋਵੇ ਨਾ, ਉਹ ਸਮਝ ਲੈਂਦਾ ਹੈ, ਉਹ ਜਾਣ ਲੈਂਦਾ ਹੈ। ਜਿਹਨੇ ਸਮਝਣਾ ਹੋਵੇ ਉਹ ਸਮਝ ਹੀ ਲੈਂਦਾ ਹੈ। ਜਿਹਨੇ ਨਹੀਂ ਸਮਝਣਾ ਉਹਨੂੰ ਭਾਵੇਂ ਤੁਸੀਂ ਸਿੱਧਾ ਸਾਫ਼ ਸਪਸ਼ਟ ਕਰਕੇ ਵੀ ਦੱਸ ਦਿਓ, ਉਹਨੂੰ ਤਾਂ ਵੀ ਸਮਝ ਨਹੀਂ ਆਉਂਦੀ। ਇਸ ਲਈ ਗਿਆਨ ਦਾ ਦੀਪਕ, ਗਿਆਨ ਦਾ ਇਹ ਰਤਨ ਕਿਸੇ ਕਿਸੇ ਨੂੰ ਹਾਸਲ ਹੁੰਦਾ ਹੈ। ਜੇ ਅਸੀਂ ਗੁਰੂ ਦੇ ਸ਼ਬਦ ਨੂੰ ਧਿਆਨ ਨਾਲ ਸੁਣਾਂਗੇ ਤਾਂ ਗਿਆਨ ਹੋ ਜਾਵੇਗਾ। ਉਹਨੂੰ ਸਮਝਾਂਗੇ, ਉਹਨੂੰ ਆਪਣੇ ਤੇ ਟੁਕਾ ਕੇ ਦੇਖਾਂਗੇ। ਸਾਡੀ ਦਿੱਕਤ ਇਹ ਹੈ ਕਿ ਗੁਰਬਾਣੀ ਦਾ ਇਹ ਸ਼ਬਦ ਜਦੋਂ ਕੋਈ ਪੜ੍ਹ ਕੇ ਸੁਣਾਉਂਦਾ ਹੈ, ਉਹਦੀ ਵਿਆਖਿਆ ਕਰਦਾ, ਲੋਕ ਨਾਰਾਜ਼ ਹੋ ਜਾਂਦੇ ਨੇ। ਉਹ ਕਹਿੰਦੇ ਜੀ ਸਾਡੇ ਤੇ ਤਵਾ ਲਾਤਾ। ਲੋਕ ਉਸ ਨੂੰ ਸਮਝਣ ਦੀ ਬਜਾਏ ਉਹ ਉਸ ਨੂੰ ਗਲਤ ਵੇ ਤੋਂ ਲੈ ਲੈਂਦੇ ਨੇ ਕਿ ਜੀ ਸਾਡਾ ਹੀ ਤਵਾ ਲਾਉਂਦੇ ਰਹਿੰਦੇ ਨੇ, ਅਸੀਂ ਗੁਰਦੁਆਰੇ ਕੀ ਕਰਨਾ ਜਾ ਕੇ। ਹੁਣ ਗੁਰਬਾਣੀ ਸਾਡੇ ਦੇ ਉੱਤੇ ਹੀ ਤਾਂ ਹੈ, ਮੇਰੇ ਤੇ, ਤੁਹਾਡੇ ਤੇ, ਸਾਡੇ ਸਭ ਦੇ ਉੱਪਰ ਹੀ ਤਾਂ ਆਧਾਰਿਤ ਹੈ। ਸਾਡਾ ਹੀ ਦੱਸਦੀ ਹੈ ਕਿ ਅਸੀਂ ਆਹ ਕੁਛ ਹਾਂ। ਪਰ ਮੂਰਖ ਬੰਦਾ ਸਮਝ ਲੈਂਦਾ ਹੈ ਕਿ ਜੀ ਸਾਡੀ ਕਿੱਟ ਲਾ ਦਿੱਤੀ, ਸਾਡਾ ਤਵਾ ਲਾ ਦਿੱਤਾ। ਇਸ ਤੋਂ ਤੁਸੀਂ ਸਮਝ ਲਓ ਕਿ ਬੰਦੇ ਕੋਲ ਗਿਆਨ ਨਹੀਂ ਹੈ, ਸਮਝ ਨਹੀਂ ਹੈ। ਜੇ ਸਮਝ ਹੋਵੇ ਤਾਂ ਉਹ ਇਸ ਗੱਲ ਤੋਂ ਕਿ ਗੁਰੂ ਸਾਹਿਬ ਨੇ ਇਹ ਤਾਂ ਮੇਰਾ ਹੀ ਦੱਸ ਦਿੱਤਾ ਕਿ ਤੂੰ ਐਸਾ ਹੈ, ਗੁਰੂ ਸਾਹਿਬ ਨੇ ਤਾਂ ਮੇਰੀ ਤਸਵੀਰ ਮੇਰੇ ਸਾਹਮਣੇ ਰੱਖ ਦਿੱਤੀ, ਉਹ ਇਸ ਨੂੰ ਦੇਖ ਕੇ ਸਿੱਖਦਾ ਹੈ, ਸਮਝਦਾ ਹੈ, ਅਕਲ ਲੈਂਦਾ ਹੈ, ਮੱਤ ਲੈਂਦਾ ਹੈ। ਜਿਹੜਾ ਗੁਰੂ ਕੋਲੋਂ ਮੱਤ ਲੈ ਲੈਂਦਾ ਉਹੀ ਸਿਆਣਾ ਹੁੰਦਾ ਹੈ। ਸਤਿਗੁਰੂ ਕਹਿੰਦੇ ਗਿਆਨ ਰਤਨ ਸਭ ਸੋਝੀ ਹੋਏ। ਗੁਰੂ ਦੇ ਦਰੋਂ ਜਦੋਂ ਗਿਆਨ ਦਾ ਰਤਨ ਮਿਲਦਾ ਹੈ ਤਾਂ ਸੋਝੀ ਹੁੰਦੀ ਹੈ, ਅਕਲ ਆਉਂਦੀ ਹੈ, ਸਹੀ ਤੇ ਗਲਤ ਦਾ ਪਤਾ ਲੱਗ ਜਾਂਦਾ ਹੈ ਕਿ ਸਹੀ ਕੀ ਹੈ, ਗਲਤ ਕੀ ਹੈ। ਇਸ ਗੱਲ ਦਾ ਗਿਆਨ ਹੋ ਜਾਂਦਾ ਹੈ। ਗੁਰ ਪ੍ਰਸਾਦ ਅਗਿਆਨ ਬਿਨਾਸੈ। ਗੁਰੂ ਦੀ ਕਿਰਪਾ ਨਾਲ ਅਗਿਆਨਤਾ ਖਤਮ ਹੋ ਜਾਂਦੀ। ਗੁਰੂ ਦੀ ਕਿਰਪਾ ਨਾਲ ਅਗਿਆਨਤਾ ਮਿਟ ਜਾਂਦੀ। ਗਿਆਨ ਆ ਗਿਆ ਤਾਂ ਅਗਿਆਨਤਾ ਮਿਟੇਗੀ ਹੀ। ਐਸਾ ਕਦੇ ਵੀ ਨਹੀਂ ਹੁੰਦਾ ਕਿ ਤੁਸੀਂ ਘਰ ਦੀ ਲਾਈਟ ਔਨ ਕਰੋ, ਲਾਈਟ ਵੀ ਬਲ ਜਾਵੇ, ਚਾਨਣ ਹੋ ਜਾਵੇ ਤੇ ਹਨੇਰਾ ਵੀ ਕਮਰੇ ਵਿੱਚ ਰਵੇ। ਇਦਾਂ ਕਦੇ ਹੀ ਨਹੀਂ ਹੁੰਦਾ ਕਿ ਚਾਨਣ ਵੀ ਹੈ, ਉੱਥੇ ਹੀ ਚਾਨਣ ਹੈ ਤੇ ਉੱਥੇ ਹੀ ਹਨੇਰਾ। ਦੋਨੋਂ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ। ਜਾਂ ਤਾਂ ਚਾਨਣ ਹੋਵੇਗਾ ਜਾਂ ਹਨੇਰਾ ਹੋਵੇਗਾ। ਜਿਸ ਦਿਨ ਸਾਡੇ ਮਨ ਅੰਦਰ ਗਿਆਨ ਹੋ ਜਾਂਦਾ ਹੈ, ਉਸ ਦਿਨ ਅਗਿਆਨਤਾ ਨਹੀਂ ਰਹਿੰਦੀ, ਉਸ ਦਿਨ ਹਨੇਰਾ ਨਹੀਂ ਰਹਿੰਦਾ, ਉਸ ਦਿਨ ਫਿਰ ਅਸੀਂ ਠੋਕਰ ਨਹੀਂ ਖਾਂਦੇ। ਜਿਸ ਦਿਨ ਸਾਡੇ ਰਾਹ ਦੇ ਵਿੱਚ ਰੌਸ਼ਨੀ ਹੋ ਜਾਂਦੀ ਹੈ। ਹਨੇਰੇ ਵਿੱਚ ਠੋਕਰ ਖਾ ਲਓ, ਕੋਈ ਗੱਲ ਨਹੀਂ, ਉਹਦੀ ਮਾਫੀ ਮਿਲ ਜਾਏਗੀ। ਉਹਦੇ ਤੇ ਕੋਈ ਇਤਰਾਜ਼ ਵੀ ਨਹੀਂ ਕਰੇਗਾ ਕਿ ਹਾਂ ਭਾਈ ਹਨੇਰਾ ਸੀ, ਠੋਕਰ ਵੱਜ ਗਈ, ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ। ਪਰ ਦਿਨ ਦਿਹਾੜੇ ਚਾਨਣ ਵਿੱਚ ਬੰਦਾ ਬਾਰ-ਬਾਰ ਠੋਕਰਾਂ ਖਾਈ ਜਾਵੇ, ਫਿਰ ਲੋਕ ਕੀ ਕਹਿਣਗੇ? ਲੋਕ ਕਹਿਣਗੇ ਅੰਨਾ ਹੈ ਤੂੰ, ਦੀਦਾ ਨਹੀਂ ਤੈਨੂੰ? ਫਿਰ ਨਹੀਂ ਲੋਕ ਕਹਿਣਗੇ ਕਿ ਕੋਈ ਗੱਲ ਨਹੀਂ, ਫਿਰ ਲੋਕ ਕਹਿਣਗੇ ਤੈਨੂੰ ਦਿਖਾਈ ਨਹੀਂ ਦਿੰਦਾ। ਇਸ ਲਈ ਅਗਿਆਨਤਾ ਦੇ ਵਿੱਚ, ਜਿਵੇਂ ਆਪਾਂ ਕਹਿੰਦੇ ਬੱਚਾ ਹੈ, ਬੰਦਾ ਹਜੇ ਛੋਟਾ ਹੈ, ਉਹ ਕੋਈ ਗਲਤੀ ਕਰ ਲੈ, ਕੋਈ ਗੱਲ ਨਹੀਂ, ਨਾ ਸਮਝ ਆਏ,
सूझ नहीं, हले इन्नी मत नहीं है, पर ਉਹੀ ਬੱਚਾ जवान हो गया, ਹੁਣ ਉਹ जवानी ਵਿੱਚ भी ਉਹੀ गलतियां करी ਜਾਂਦਾ जो छोटा ਹੁੰਦਾ करदा सी। चलो कई बारी जवानी दियां भी बख्श दिंदे कि हाँ जी जवानी जोश जोश ਵਿੱਚ गलती कर गया, सूझ नहीं सी, कोई गल नहीं, पर ਉਹ ਬੰਦਾ ਹੁਣ बुढ़ा हो गया, ਹੁਣ बुढ़ापे ਵਿੱਚ भी ਉਹੀ गलतियां करदा है, ਹੁਣ नहीं बख्शिया जाएगा, ਹੁਣ नहीं कह सकते इसनूं, ਹੁਣ नहीं, क्योंकि हुण लोग कहणगे कि इनू अकल नहीं है, बुढ़ा हो गया पर अकल नहीं आई। इसलिए जदों तक ज्ञान ना होवे उदों तक साडी गलती नू भुल कह के बख्श दिता जाएगा, पर जिस दिन ज्ञान हो गया तो यह भी गल है कि उस दिन गलती हुंदी होई नहीं, उस दिन भुल हुंदी ही नहीं जिस दिन ज्ञान हो गया। जदों बंदा देख के चलन लग पिया फिर ठोकर लगदी नहीं। इसलिए गुर प्रसाद अज्ञान विनाशै, अन दिन जागै वेखै सच सोए। बंदा जाग पैंदा है, हमेशा लई उहनूं जागृति आ जांदी है ते उस सच्चे वाहिगुरू नूं वेख लैंदा है हर थां चों। अन दिन जागै, जागदा है, वो सुत्ता पिया होया भी जागदा है। सुत्ता पिया होया जागदा मतलब कि उसनूं नींद विच भी माया दे सुपने नहीं आउंदे, नींद विच भी उसनूं काम क्रोध दे सुपने नहीं आउंदे। सतगुरु ने जिक्र किया सुपने बिंद ना देई झरना, सुपने विच भी उसनूं काम क्रोध दा ख्याल नहीं आउंदा। यह है ज्ञान, यह है जागृति। सतगुरु कहते गुरु है सुखां दा सागर, गुणां दा सागर, गुर सायर सतगुर सच सोए। सतगुरु ज्ञान दा सागर है, गुणां दा सागर है, सुखां दा सागर। सुख सागर गुर पाया, गुरु अर्जन देव महाराज दा वचन कि गुरु सुखां दा सागर। ते ऐसे गुरु दी, ऐसे सतगुरु दी सेवा वो वड्डियां भागां नाल नसीब हुंदी है। हर कोई सेवा नहीं कर पांदा। बहुत सारे लोग ने गुरु दे दर आउंदे ने, पर सारे सेवा नहीं करते। सेवा कोई कोई करदा। सेवा तीन तरह नाल हुंदी है। तुसीं अक्सर सुणदे पढ़दे होवोगे, धन नाल, तन नाल ते मन नाल। धन नाल सेवा करनी आसान काम है, ਉਹਦੇ ਵਿੱਚ ਬਹੁਤਾ कोई जोर नहीं लगता, मशक्कत नहीं लगती। हाँ, जिन्नी कि किसी की हिम्मत है जथा शक्त बंदा सेवा कर जाता है, 100 50 10 20 जिन्ना कोई दे सकता है, दिता, रसीद कटाई, चलो घर हो गई सेवा। ਇਹਦੇ ਵਿੱਚ कोई बहुती मशक्कत नहीं लगी, इसलिए ये सेवा बहुत सारे लोग कर लेंदे ने, बहुत सारे, क्योंकि ਇਹਦੇ ਵਿੱਚ करना तो कुछ नहीं, बस माया ਜਾਂ गोलक ਚ पा देंगे ਜਾਂ रसीद कटा देंगे बस। दूसरी सेवा है तन नाल। तन नाल सारे सेवा नहीं करते, तन नाल कोई कोई करता है, तन नाल सब सेवा नहीं कर पाते। हर बंदा गुरु घर झाड़ू की सेवा नहीं कर पाता, हर बंदा जोड़ियां की सेवा नहीं कर पाता, हर बंदा लंगर विच सेवा नहीं कर पाता। कुछ कु लोग होंदे ने सेवा करने वाले, जिन्हां ते गुरु किरपा करके करवा लैंदा है। इसलिए सतगुरु कहंदे पूरे भाग गुर सेवा होए, पूरे भागां नाल ओदी पूरी रहमत बख्शिश नाल गुरु की सेवा नसीब हुंदी है। ते तीसरी गल
ਮਨ ਨਾਲ ਸੇਵਾ ਕਰਨ ਵਾਲੇ ਉਹ ਹੋਰ ਵੀ ਘੱਟ ਹੁੰਦੇ ਨੇ, ਉਹ ਵਿਰਲੇ ਵਿਰਲੇ ਹੁੰਦੇ ਨੇ। ਤਨ ਨਾਲ ਸੇਵਾ ਕਰਨ ਵਾਲੇ ਤਾਂ ਤੁਹਾਨੂੰ ਫਿਰ ਵੀ ਬਹੁਤ ਸਾਰੇ ਬੰਦੇ ਇੱਧਰ ਉੱਧਰ ਸੇਵਾ ਕਰਦੇ ਦਿਸ ਜਾਣਗੇ, ਪਰ ਉਹ ਸੇਵਾ ਮਨ ਨਾਲ ਕਰ ਰਹੇ ਨੇ, ਇਹ ਚੈੱਕ ਕਰਨ ਦਾ ਸਾਡੇ ਕੋਲ ਕੋਈ ਪੈਰਾਮੀਟਰ ਨਹੀਂ ਹੈ। ਇਹ ਤਾਂ ਗੁਰੂ ਹੀ ਜਾਣਦਾ ਹੈ ਕਿ ਕੌਣ ਮਨੋਂ ਸੇਵਾ ਕਰਦਾ ਤੇ ਕੌਣ ਦਿਖਾਵੇ ਦੀ, ਕੌਣ ਸੱਚੀ ਸੇਵਾ ਕਰਦਾ ਹੈ ਤੇ ਕੌਣ ਝੂਠੀ। ਇਹ ਤਾਂ ਗੁਰੂ ਹੀ ਦੱਸ ਸਕਦਾ ਹੈ। ਇਸ ਲਈ ਮਨ ਤੋਂ ਸੇਵਾ ਕੋਈ ਬਿਰਲਾ ਬਿਰਲਾ ਕਰਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਗੁਰੂ ਦੀ ਸੇਵਾ ਭਾਗਾਂ ਨਾਲ ਨਸੀਬ ਹੁੰਦੀ ਹੈ, ਭਾਗਾਂ ਨਾਲ। ਸੋ ਬੁਝੈ ਜਿਸ ਆਪ ਬੁਝਾਏ, ਉਹੀ ਬੁਝਦਾ ਜਿਹਨੂੰ ਵਾਹਿਗੁਰੂ, ਜਿਹਨੂੰ ਗੁਰੂ ਕਿਰਪਾ ਕਰਕੇ ਆਪ ਬੁਝਾਉਂਦਾ ਹੈ, ਆਪ ਸੋਝੀ ਦਿੰਦਾ ਹੈ। ਜਿਹਨੂੰ ਆਪ ਗੁਰੂ ਕਿਰਪਾ ਕਰਕੇ ਸੂਝ ਬਖਸ਼ ਦਿੰਦਾ ਹੈ, ਉਹੀ ਸਮਝਦਾ ਹੈ। ਗੁਰ ਪ੍ਰਸਾਦੀ ਸੇਵ ਕਰਾਏ, ਗੁਰੂ ਆਪਣੀ ਕਿਰਪਾ ਨਾਲ ਆਪ ਸੇਵਾ ਕਰਾ ਲੈਂਦਾ ਹੈ। ਉਹ ਆਪ ਆਪਣੀ ਸੇਵਾ ਆਪ ਹੀ ਕਿਰਪਾ ਕਰਕੇ ਕਰਵਾ ਲੈਂਦਾ ਹੈ। ਉਹਦੀ ਕਿਰਪਾ ਤੋਂ ਬਿਨਾਂ ਸੇਵਾ ਨਹੀਂ ਹੁੰਦੀ। ਇਸ ਲਈ ਉਹ ਸਾਨੂੰ ਇੱਥੇ ਲੈ ਆਇਆ, ਅਸੀਂ ਇੱਥੇ ਆ ਕੇ ਬਹਿ ਕੇ ਉਹਦਾ ਕੀਰਤਨ ਕਰਦੇ ਹਾਂ, ਉਹਦੀ ਕਥਾ ਕਰਦੇ ਹਾਂ, ਉਹਦਾ ਕੀਰਤਨ ਕਥਾ ਸੁਣਦੇ ਹਾਂ। ਉਹ ਸਾਨੂੰ ਲੈ ਆਉਂਦਾ ਤਾਂ ਆਪਾਂ ਬਹਿ ਕੇ ਕਰ ਲੈਂਦੇ ਹਾਂ, ਸੁਣ ਲੈਂਦੇ ਹਾਂ। ਉਹ ਲੈ ਆਇਆ ਸਾਨੂੰ, ਨਹੀਂ ਤਾਂ ਅਸੀਂ ਵੀ ਘਰੇ ਰਹਿ ਹੀ ਸਕਦੇ ਸੀ ਕਿ ਚਲੋ ਅੱਜ ਮੀਂਹ ਪੈਂਦਾ, ਕੀ ਕਰਨਾ ਜਾ ਕੇ। ਉਹਨੇ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਪ੍ਰੇਰ ਲਿਆ, ਸਾਨੂੰ ਉਦਮ ਬਖਸ਼ਿਆ ਤੇ ਉਹ ਸਾਨੂੰ ਲੈ ਆਇਆ। ਇਸ ਲਈ ਸਤਿਗੁਰੂ ਕਹਿੰਦੇ ਇਹ ਉਹਦੀ ਰਹਿਮਤ ਹੈ, ਉਹਦੀ ਬਖਸ਼ਿਸ਼ ਹੈ। ਉਹ ਆਪ ਹੀ ਕਿਰਪਾ ਕਰਕੇ ਕਰਾ ਲੈਂਦਾ ਜੋ ਉਹਨੇ ਕਰਾਉਣਾ ਹੁੰਦਾ ਹੈ। ਗਿਆਨ ਰਤਨ ਸਭ ਸੋਝੀ ਹੋਏ, ਗੁਰ ਪ੍ਰਸਾਦ ਅਗਿਆਨ ਬਿਨਾਸੈ, ਅਨੰਦਨ ਜਾਗੈ ਵੇਖੈ ਸੱਚ ਸੋਏ। ਰਹਾਉ ਮੋਹ ਗੁਮਾਨ ਗੁਰ ਸ਼ਬਦ ਜਲਾਏ। ਸਤਿਗੁਰੂ ਕਹਿੰਦੇ ਬੰਦੇ ਦੇ ਅੰਦਰ ਜਿਹੜਾ ਮੋਹ ਅਤੇ ਗੁਮਾਨ, ਹੰਕਾਰ ਹੈ, ਇਹ ਗੁਮਾਨ, ਇਹ ਮੋਹ ਗੁਰੂ ਦੇ ਸ਼ਬਦ ਨਾਲ ਹੀ ਮਰਦਾ ਹੈ, ਖਤਮ ਹੁੰਦਾ ਹੈ। ਜਿਵੇਂ ਜਿਵੇਂ ਅਸੀਂ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਵਸਾਉਂਦੇ ਜਾਂਦੇ ਹਾਂ, ਗੁਰੂ ਦੇ ਸ਼ਬਦ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ, ਗੁਰੂ ਦੇ ਸ਼ਬਦ ਉੱਪਰ ਜ਼ਿਆਦਾ ਫੋਕਸ ਕਰਦੇ ਹਾਂ, ਉਵੇਂ ਉਵੇਂ ਸਾਡੇ ਮਨ ਦਾ ਗੁਮਾਨ, ਸਾਡੇ ਮਨ ਦਾ ਮੋਹ, ਇਹ ਹੌਲੀ ਹੌਲੀ ਬਿਨਸਦਾ ਜਾਂਦਾ ਹੈ, ਖਤਮ ਹੁੰਦਾ ਜਾਂਦਾ ਹੈ। ਇਸ ਲਈ ਗੁਰੂ ਦੇ ਸ਼ਬਦ ਨੂੰ ਕੋਸ਼ਿਸ਼ ਕਰੋ ਕਿ ਉਸ ਨੂੰ ਵਾਰ-ਵਾਰ ਆਪਣੇ ਮਨ ਵਿੱਚ ਵਿਚਾਰਦੇ ਰਹੋ। ਵਾਰ-ਵਾਰ ਗੁਰੂ ਗੁਰੂ ਆਪਣੇ ਮੁਖ ਵਿੱਚੋਂ ਉਚਾਰਨ ਕਰਦੇ ਰਹੋ, ਵਾਰ-ਵਾਰ। ਕਈ ਵਾਰੀ ਐਸਾ ਹੁੰਦਾ ਹੈ ਕਿ ਤੁਸੀਂ ਕੋਈ ਗੀਤ ਸੁਣਿਆ ਰਾਤ ਨੂੰ, ਜਦੋਂ ਤੁਸੀਂ ਰਾਤ ਨੂੰ ਉਹ ਸੁਣਿਆ ਤੇ ਉਸ ਨੂੰ ਸੁਣਦੇ ਸੁਣਦੇ ਤੁਹਾਨੂੰ ਨੀਂਦ ਆ ਗਈ। ਸਵੇਰੇ ਜਦੋਂ ਤੁਸੀਂ ਉੱਠੇ ਤਾਂ ਉੱਠਦਿਆਂ ਹੀ ਤੁਹਾਡੇ ਮਨ ਵਿੱਚ ਉਸ ਸ਼ਬਦ ਦੇ, ਉਸ ਗੀਤ ਦੇ ਬੋਲ ਉਹ ਆਪਣੇ ਆਪ ਹੀ ਚੱਲਣ ਲੱਗ ਪਏ। ਤੁਸੀਂ ਇੱਧਰ ਉੱਧਰ ਆਪਣੇ ਘਰ ਦੇ ਕੰਮ ਕਰਦੇ ਹੋ ਤੇ ਉਹ ਮਨ ਹੀ ਮਨ ਵਿੱਚ ਉਸ ਨੂੰ ਗੁਣਗੁਣਾਈ ਜਾਂਦੇ ਹੋ, ਆਪਣੇ ਆਪ ਹੀ ਉਹ ਮਨ ਵਿੱਚ ਚੱਲੀ ਜਾਂਦਾ। ਤੁਸੀਂ ਚਲਾ ਨਹੀਂ ਰਹੇ ਉਸ ਨੂੰ, ਉਹ ਆਪਣੇ ਆਪ ਹੀ ਚੱਲੀ ਜਾਂਦਾ, ਸੁਭਾਵਿਕ ਹੀ। ਬਸ ਕੁਛ ਐਸਾ ਹੀ ਜਦੋਂ ਗੁਰੂ ਦਾ ਸ਼ਬਦ ਅਸੀਂ ਹਰ ਵੇਲੇ ਉਸ ਨੂੰ ਸੁਣਦੇ ਹਾਂ, ਉਸ ਨੂੰ ਸੁਣਦੇ ਹਾਂ, ਜਾਗਦੇ ਹਾਂ, ਉਸ ਨੂੰ ਆਪਣੇ ਮਨ ਵਿੱਚ ਰਿਪੀਟ ਕਰਦੇ ਹਾਂ, ਤਾਂ ਉਹ ਹੌਲੀ ਹੌਲੀ ਸਾਡੇ ਮਨ ਅੰਦਰ ਚੱਲ ਪੈਂਦਾ ਹੈ। ਜਦੋਂ ਉਹ ਸਾਡੇ ਅੰਦਰ ਚੱਲ ਪਿਆ, ਗੁਰੂ ਦਾ ਸ਼ਬਦ ਵਸ ਗਿਆ ਸਾਡੇ ਅੰਦਰ, ਤਾਂ ਸਤਿਗੁਰੂ ਕਹਿੰਦੇ ਫਿਰ ਮਾਇਆ ਦਾ ਮੋਹ ਨਹੀਂ ਰਹਿੰਦਾ, ਫਿਰ ਮੈਂ, ਹੰਕਾਰ ਇਹ ਨਹੀਂ ਬਚਦਾ। ਪੂਰੇ ਗੁਰ ਤੇ ਸੋਝੀ ਪਾਏ, ਪੂਰੇ ਗੁਰੂ ਤੋਂ ਸੋਝੀ ਮਿਲਦੀ ਹੈ, ਸੂਝ ਆਉਂਦੀ ਹੈ, ਚੀਜ਼ਾਂ ਦਾ ਸਹੀ ਪਤਾ ਲੱਗਦਾ ਹੈ ਗੁਰੂ ਦੀ ਕਿਰਪਾ ਨਾਲ। ਅੰਤਰ ਮਹਿਰ ਗੁਰ ਸ਼ਬਦ ਪਛਾਣੈ,
गुरु के शब्द राही बंदा अपने अंदर ही वाहिगुरु का टिकाणा लभ लैंदा है कि वाहिगुरु मेरे अंदर ही टिकिया होया है, मेरे अंदर ही बसिया होया, ओदा महल मेरे अंदर ही है। कबीर साहब का बचन है, कबीर साहब कहते कोठे अंदर कोठड़ी परम कोठी विचार। आ शरीर रूपी कोठा, इस शरीर रूपी कोठे दे विच एक होर कोठी है जिन्हों हिरदा कहने आ। उस हिरदे घर दे अंदर, हिरदे कोठी दे अंदर वो वाहिगुरु दी कोठी है, वो परमेश्वर वसिया होया। इसलिए इस शरीर दे अंदर एक घर है, ये शरीर एक घर है, तो इस शरीर दे अंदर एक होर घर है, उस घर विच वाहिगुरु वसदा है, उस कोठी विच। सतगुरु कहते गुर अंतर महल, हिरदे अंदर महल है वाहिगुरु दा। गुर शब्द पछाणै, गुरु दे शब्द राही बंदा उहनूं पछाण लैंदा है। आवण जाण रह थिर नाम समाणे, बंदे दा जम्मण मरण मिट जांदा है ते ओह वाहिगुरु दे नाम विच समा जांदा है। जम्मण मरना है संसार, आ संसार जिहड़ा है ये जम्मण मरना ही तां है। सतगुरु कहते जो दिसै सो उपजै बिनसै, जो कुछ दिसदा है ये उपजदा है ते बिनस जांदा है। असीं जन्मदे हां ते मर जांदे हां, चीज़ां पैदा हुंदियां ते खत्म हो जांदियां, कुछ भी हमेशा नहीं रहिंदा। इसलिए सतगुरु कहते जो कुछ है ये जन्म मरण दा गेड़ है, जम्मण मरना है सारा कुछ। जम्मण मरना है संसार, मनमुख अचेत माया मोह गुवार। पर मनमुख बंदा जिहड़ा है ना वो माया दे विच, माया दे मोह विच ऐसा गुबार विच उलझिया होया कि उसनूं होर कुछ सुझदा नहीं। जिवें धुंद पई हुंदी ना, गुबार हुंदा बणिया कि होर कुछ नहीं दिसदा। जिवें कई बारी ऐसा हुंदा है कि कालियां घटावां छा जांदियां, धूड़ मिट्टी कट्टा ऐसा आकाश विच, ऐसा साडे आले दुआले इकट्ठा हो जाता कि सानू कुछ दिसदा ही नहीं। बस ऐसा ही जान लवो कि अज्ञानता दा गुबार ऐसा ही है, माया दे मोह दा गुबार ऐसा ही है कि उहदे विच बंदे नूं माया तो बिना होर कुछ नहीं दिसदा, अपने आप तो बिना होर कुछ नहीं दिसदा। मनमुख बंदा जानदा ही नहीं। सतगुरु कहते जम्मण मरना है संसार, पर मनमुख बंदे नूं ये समझ नहीं आउंदी। वो इस संसार नूं समझी बैठा कि बड़ा समा पिया जी, बड़ी उम्र पई है, वो ये समझ के जिउंदा। वो लम्मियां ताण के बैठा होया, 100-100 साल दे अंदाजे ला के बैठा होया कि हाले ते हैगा जीवन बहुत। सतगुरु कहते पर इत्थे पल दा भरोसा नहीं। मनमुख बंदा पर निंदा बहु कूड़ कमावे, वो पराई निंदा करदा, दूसरियां दी निंदा करदा ते कूड़ कमाउंदा, झूठ दी कमाई करदा। विष्टा का कीड़ा विष्टा माए समावे, गंदगी दा कीड़ा गंदगी विच ही समा जांदा है। सत संगत मिल सब सोझी पाए, सत संगत विच मिल के सोझी आउंदी है। गुरु दी संगत विच जुड़िया, सच दी संगत विच जुड़िया बंदे नूं सोझी आउंदी। गुर का शब्द हर भगत दृढ़ाए, गुरु दे शब्द राही वाहिगुरु दी भगती हिरदे विच दृढ़ हुंदी है, पक्की हुंदी। भाणा मन्ने सदा सुख होए, जिहड़ा वाहिगुरु दे भाणे नूं मनदा है, सतगुरु कहंदे ओ बंदा सुखी हुंदा है। भाणा मन्ने सदा सुख होए, ओनूं हमेशा सुख है। नानक सच समावै सोए, ओ बंदा सच विच समा जांदा है, वाहिगुरु विच लीन हो जांदा है। जिहड़ा उहदे भाणे नूं मनदा है, उहदे भाणे ते तुरदा है, उहदी रज़ा ते चलदा है। सतगुरु रहमत करे आपां सब उस वाहिगुरु दी रज़ा, उहदे भाणे ते चल के उस सुख नूं माण सकीए, जिहड़ा सुख उहदे भाणे ते चलिया ही हासिल हुंदा है। होईयां भुल्लां लिखिमा सतगुरु जी अते आप सर्वत संगत बख्शण जो, भुल्लां ना चितारदे होए आखो जी वाहिगुरु जी का खालसा वाहिगुरु जी की फतेह।